ਸਤਿ ਸ਼੍ਰੀ ਅਕਾਲ। ਤਾਂ ਆਪਾਂ ਪੜ੍ਹ ਰਹੇ ਹਾਂ ਅਵੈਲੂਏਸ਼ਨ ਸਿਸਟਮ। ਕੱਲ ਆਪਾਂ ਇਹਦੀ ਕਲਾਸ ਸ਼ੁਰੂ ਕੀਤੀ ਸੀ ਬਟ ਟੈਕਨੀਕਲੀ ਕਾਰਨ ਕਰਕੇ ਆਪਾਂ ਕਰ ਨਹੀਂ ਸਕੇ ਸ਼ੁਰੂ। ਤਾਂ ਆਪਾਂ ਪੜ੍ਹਾਂਗੇ ਅੱਜ ਅਵੈਲੂਏਸ਼ਨ ਸਿਸਟਮ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਕਨਸੈਪਟ ਡਿਸਕਸ ਕਰਾਂਗੇ ਉਹ ਅਵੈਲੂਏਸ਼ਨ ਸਿਸਟਮ ਆ। ਪਿਛਲੇ ਦਿਨਾਂ 'ਚ ਆਪਾਂ ਲਰਨਿੰਗ ਦੀਆਂ ਕੁਛ ਥੀਰੀਜ਼ 'ਤੇ ਉਹਦਾ ਕਨਸੈਪਟ ਕਰ ਰਹੇ ਸੀਗੇ। ਲਰਨਿੰਗ ਜਦੋਂ ਇੱਕ ਟੀਚਰ ਬੱਚੇ ਨੂੰ ਸਿਖਾਉਂਦਾ ਤਾਂ ਸਿਖਾਉਣ ਤੋਂ ਬਾਅਦ ਅਵੈਲੂਏਟ ਕਰਨਾ ਬਹੁਤ ਜ਼ਰੂਰੀ ਆ। ਜੇ ਮੈਂ ਸਿੰਪਲ ਸ਼ਬਦਾਂ ਦੇ ਵਿੱਚ ਇਹ ਆਖਾਂ ਕਿ ਜਦੋਂ ਟੀਚਰ ਬੱਚੇ ਨੂੰ ਪੜ੍ਹਾ ਰਿਹਾ, ਪੜ੍ਹਾਉਣ ਤੋਂ ਬਾਅਦ ਜੇ ਉਹਨੂੰ ਚੈੱਕ ਨਹੀਂ ਕਰਦਾ ਕਿ ਉਹ ਜੋ ਪੜ੍ਹਾਇਆ ਉਹਨੇ ਬੱਚੇ ਨੂੰ ਕਿੰਨਾ ਕੁ ਆਇਆ, ਕੀ ਕਮੀਆਂ ਰਹੀਆਂ ਨੇ, ਮਤਲਬ ਕਿ ਉਹ ਅਵੈਲੂਏਟ ਨਹੀਂ ਕਰਦਾ, ਤਾਂ ਸਿੱਖਿਆ ਜਾ ਹੀ ਨਹੀਂ ਸਕਦਾ, ਲਰਨਿੰਗ ਹੋ ਹੀ ਨਹੀਂ ਸਕਦੀ। ਲਰਨਿੰਗ ਲਈ ਅਵੈਲੂਏਸ਼ਨ ਦਾ ਹੋਣਾ ਜ਼ਰੂਰੀ ਆ। ਤਾਂ ਇਸੇ ਨੂੰ ਅਸੀਂ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਅਵੈਲੂਏਸ਼ਨ ਸਿਸਟਮ ਬੋਲਦੇ ਹਾਂ। ਜਿਵੇਂ ਆਪਾਂ ਕੱਲ੍ਹ ਦੇ ਲੈਕਚਰ 'ਚ ਗੱਲ ਕਰ ਰਹੇ ਸੀ ਕਿ ਅਵੈਲੂਏਸ਼ਨ ਸਿਸਟਮ ਕਈ ਤਰ੍ਹਾਂ ਦਾ, ਇਹਦੇ ਤਰੀਕੇ ਨੇ ਕਿ ਜੋ ਟੀਚਰ ਨੇ ਪੜ੍ਹਾਇਆ ਉਹਨੂੰ ਕਿਸ ਤਰੀਕੇ ਨਾਲ ਚੈੱਕ ਕੀਤਾ ਜਾ ਸਕੇ ਕਿ ਕਿੰਨਾ ਕੁ ਬੱਚੇ ਸਿੱਖੇ ਨੇ, ਟੀਚਰ ਜਾਂ ਬੱਚੇ ਆਪਦੇ ਓਬਜੈਕਟਿਵਸ ਦੇ ਵਿੱਚ ਕਿੰਨਾ ਕੁ ਉਹਨਾਂ ਓਬਜੈਕਟਿਵਸ ਨੂੰ ਅਚੀਵ ਕਰ ਸਕੇ ਨੇ, ਕਿੰਨਾ ਕੁ ਉਹ ਜਿਹੜਾ ਹੈਗਾ ਸਿੱਖ ਸਕੇ ਨੇ, ਜੋ ਕਮੀਆਂ ਰਹਿ ਗਈਆਂ ਨੇ ਉਹ ਕਿਹੜੀਆਂ ਕਮੀਆਂ ਨੇ, ਉਹਨਾਂ ਕਮੀਆਂ ਦੇ ਕੀ ਕਾਰਨ ਨੇ, ਉਹਨਾਂ ਕਮੀਆਂ ਨੂੰ ਫਿਰ ਦੂਰ ਕਰਨਾ, ਇਹ ਸਭ ਕੁਝ ਅਵੈਲੂਏਸ਼ਨ ਸਿਸਟਮ ਦਾ ਹਿੱਸਾ। ਤਾਂ ਕੱਲ੍ਹ ਦੇ ਲੈਕਚਰ 'ਚ ਅਸੀਂ ਜਿੱਥੇ ਗੱਲ ਛੱਡੀ ਸੀ ਉੱਥੋਂ ਹੀ ਚੱਲਦੇ ਹਾਂ। ਅਵੈਲੂਏਸ਼ਨ ਸਿਸਟਮ ਨੂੰ ਪਹਿਲਾਂ ਅਸੀਂ ਕੰਪਰਹੈਂਸਿਵਲੀ ਪੜ੍ਹਦੇ ਹਾਂ, ਫਿਰ ਅਸੀਂ ਹੋਲ ਟੂ ਪਾਰਟ ਜਾਵਾਂਗੇ ਇਸ ਲੈਕਚਰ ਦੇ ਵਿੱਚ। ਪਹਿਲਾਂ ਅਸੀਂ ਸੰਪੂਰਨ ਕਨਸੈਪਟ ਪੜ੍ਹ ਲਈਏ, ਫਿਰ ਉਦੋਂ ਬਾਅਦ ਅਸੀਂ ਹਿੱਸਿਆਂ ਵੱਲ ਨੂੰ ਹੋਵਾਂਗੇ। ਤਾਂ ਆਪਾਂ ਗੱਲ ਕਰ ਰਹੇ ਸੀ ਕਿ ਸਮੇਟਿਵ ਸਿਸਟਮ, ਫਾਰਮੇਟਿਵ ਸਿਸਟਮ ਤੇ CCE, ਜਿਸ ਨੂੰ ਅਸੀਂ ਬੋਲਦੇ ਹਾਂ ਕੰਟੀਨਿਊਸ ਕੰਪ੍ਰੀਹੈਂਸਿਵ ਅਵੈਲੂਏਸ਼ਨ। ਜੇ ਸਾਡੇ ਦੇਸ਼ 'ਚ ਦੇਖੀਏ ਜਾਂ ਸਾਡੇ ਐਜੂਕੇਸ਼ਨ ਸਿਸਟਮ 'ਚ ਦੇਖੀਏ ਤਾਂ ਇਹ ਤਿੰਨ ਪ੍ਰਮੁੱਖ ਤੌਰ 'ਤੇ ਅਵੈਲੂਏਸ਼ਨ ਦੇ ਤਰੀਕੇ ਰਹੇ ਨੇ। ਸਭ ਤੋਂ ਪਹਿਲਾਂ ਸਮੇਟਿਵ ਸਿਸਟਮ। ਸਮੇਟਿਵ ਸਿਸਟਮ ਉਹ ਸਿਸਟਮ ਹੁੰਦਾ ਜੀ ਜਿਸ ਦੇ ਵਿੱਚ ਟੀਚਰ ਪਹਿਲਾਂ ਪੜ੍ਹਾਉਂਦਾ, ਫਿਰ ਉਸ ਪੜ੍ਹਾਏ ਹੋਏ ਦੇ ਵਿੱਚੋਂ ਹੀ ਅਵੈਲੂਏਸ਼ਨ ਕਰਦਾ ਅਤੇ ਚੈੱਕ ਕਰਦਾ ਕਿ ਬੱਚੇ ਨੂੰ ਕਿੰਨਾ ਕੁ ਸਮਝ ਆਇਆ ਜਾਂ ਕੀ ਉਹਦੀਆਂ ਕਮੀਆਂ ਪੇਸ਼ੀਆਂ ਨੇ। ਪੜ੍ਹਾਉਣ ਦੇ ਦੌਰਾਨ ਨਹੀਂ ਉਹ ਚੈੱਕ ਕਰਦਾ, ਕੋਰਸ ਦੇ ਐਂਡ 'ਤੇ ਚੈੱਕ ਕਰਦਾ। ਮਤਲਬ ਕਿ ਆਮ ਬੱਚਿਆਂ ਨੂੰ ਪੁੱਛਿਆ ਜਾਂਦਾ ਕਿ ਸਮੇਟਿਵ ਸਿਸਟਮ ਕਿਹੜਾ, ਤਾਂ ਉਹ ਕਹਿੰਦੇ ਨਹੀਂ ਜਿਹੜਾ ਐਨੂਅਲ ਸਿਸਟਮ ਆ। ਉਹ ਇੱਕ ਤਰੀਕੇ ਨਾਲ ਉਹਨਾਂ ਦਾ ਤੁੱਕਾ। ਐਕਚੁਅਲ ਦੇ ਵਿੱਚ ਸਮੇਟਿਵ ਸਿਸਟਮ ਕੀ ਹੁੰਦਾ ਕਿ ਮੰਨ ਲਓ ਵੀ ਟੀਚਰ ਦਾ ਲੈਕਚਰ 60 ਮਿੰਟ ਦਾ, ਮਤਲਬ ਕਿ 1 ਘੰਟੇ ਦਾ ਲੈਕਚਰ ਆ, ਟੀਚਰ ਕੋਲੇ 60 ਮਿੰਟ ਨੇ। ਇਸ ਲੈਕਚਰ ਦੇ ਵਿੱਚ ਟੀਚਰ ਨੇ 50 ਮਿੰਟ ਪੜ੍ਹਾਇਆ ਤੇ ਉਸ ਤੋਂ ਬਾਅਦ ਲਾਸਟ ਵਾਲੇ 10 ਮਿੰਟ ਉਹਨੇ ਜੋ 50 ਮਿੰਟ 'ਚ ਪੜ੍ਹਾਇਆ ਉਹਨੂੰ ਚੈੱਕ ਕੀਤਾ, ਅਵੈਲੂਏਟ ਕੀਤਾ ਕਿ ਬੱਚੇ ਨੂੰ ਆ ਰਿਹਾ ਕਿ ਨਹੀਂ ਆ ਰਿਹਾ। ਇਸ ਸਿਸਟਮ ਦੇ ਵਿੱਚ ਬੁਰਾਈ ਇਹ ਆ ਕਿ ਜਦੋਂ 10 ਮਿੰਟ ਰਹਿ ਗਏ, ਮੰਨ ਲਓ ਵੀ ਬੱਚਿਆਂ ਨੂੰ ਕੋਈ ਸਮਝ ਹੀ ਨਹੀਂ ਆਇਆ, ਉਹਨਾਂ ਨੇ ਜਵਾਬ ਅੱਛੇ ਤਰੀਕੇ ਨਾਲ ਨਹੀਂ ਦਿੱਤੇ, ਬੜੀਆਂ ਸਾਰੀਆਂ ਕਮੀਆਂ ਰਹਿ ਗਈਆਂ, ਪਰ ਟੀਚਰ ਇਹਨਾਂ ਕਮੀਆਂ ਨੂੰ ਦੂਰ ਕਿੱਥੇ ਕਰੂਗਾ ਕਿਉਂਕਿ ਲੈਕਚਰ ਤਾਂ ਖਤਮ ਹੋ ਗਿਆ। ਹੋ ਸਕਦਾ ਬੱਚੇ ਜਦੋਂ ਟੀਚਰ ਪੜ੍ਹਾ ਰਿਹਾ ਸੀ, ਜਦੋਂ ਲੈਕਚਰ ਦੇ ਸ਼ੁਰੂਆਤ 'ਚ ਹੀ ਟੀਚਰ ਨੇ ਕੁਛ ਦੱਸਿਆ, ਬੱਚੇ ਨੂੰ ਉਹੀ ਸਮਝ ਨਹੀਂ ਆਇਆ ਅਤੇ ਬਾਕੀ ਸਾਰਾ ਲੈਕਚਰ ਉਦੋਂ ਅੱਗੇ ਲੰਘ ਗਿਆ ਉਹਦੇ ਬੇਸ 'ਤੇ, ਤਾਂ ਬੱਚੇ ਨੂੰ ਜਦੋਂ ਬੇਸ ਹੀ ਸਮਝ ਨਹੀਂ ਆਇਆ ਤਾਂ ਬਾਕੀ ਦਾ ਲੈਕਚਰ ਕਿੱਥੋਂ ਸਮਝ ਆਊਗਾ। ਤਾਂ ਇਹਦੀਆਂ ਕਮੀਆਂ ਸੀ, ਜਿਵੇਂ ਕਿ ਸਾਡੇ ਐਨੂਅਲ ਸਿਸਟਮ ਦੇ ਵਿੱਚ ਸੀਗਾ ਕਿ ਸਾਰਾ ਸਾਲ ਟੀਚਰ ਬੱਚੇ ਨੂੰ ਪੜ੍ਹਾਈ ਜਾਂਦਾ, ਐਂਡ 'ਤੇ ਪੱਕੇ ਪੇਪਰ ਹੁੰਦੇ। ਉਹਨਾਂ ਪੱਕੇ ਪੇਪਰਾਂ 'ਚ ਜਦੋਂ ਬੱਚਾ ਫੇਲ ਹੋ ਜਾਂਦਾ, ਟੀਚਰ ਨੂੰ ਉਦੋਂ ਪਤਾ ਲੱਗਦਾ ਕਿ ਜੋ ਮੈਂ ਇਹਨੂੰ ਪੜ੍ਹਾ ਰਿਹਾ ਉਹ ਤੈਨੂੰ ਸਮਝ ਹੀ ਨਹੀਂ ਆਇਆ। ਮਤਲਬ ਕਿ ਪਹਿਲਾਂ ਪੜ੍ਹਾ ਦੇਣਾ, ਫਿਰ ਉਦੋਂ ਬਾਅਦ ਉਹਨੂੰ ਚੈੱਕ ਕਰਨਾ। ਇਹ ਸਿਸਟਮ ਸਹੀ ਨਹੀਂ ਸੀ, ਤਾਂ ਕਰਕੇ ਗੌਰਮੈਂਟ ਨੇ ਇਹਨੂੰ ਬਦਲ ਕੇ ਫਾਰਮੇਟਿਵ ਸਿਸਟਮ ਲਿਆਂਦਾ।
ਸਮੇਟਿਵ ਸਿਸਟਮ ਜਦੋਂ ਅਸੀਂ ਇਹਨੂੰ ਲਿਖਣਾ ਤਾਂ ਕੀ ਸਮੇਟਿਵ ਸਿਸਟਮ ਕੀ ਹੁੰਦਾ ਕਿ ਜਦੋਂ ਅਸੀਂ ਕੋਰਸ ਦੇ ਦੌਰਾਨ ਇਵੈਲੂਏਟ ਨਹੀਂ ਕਰਦੇ, ਪਹਿਲਾਂ ਪੜ੍ਹਾਉਣੇ ਆ, ਕੋਰਸ ਦੇ ਐਂਡ ਤੇ ਜਾ ਕੇ ਇਵੈਲੂਏਟ ਕਰਦੇ ਆ। ਉਹ ਕੋਰਸ 3 ਮਹੀਨੇ ਦਾ ਹੋ ਸਕਦਾ, 6 ਦਾ ਜਾਂ ਸਾਲ ਦਾ ਹੋ ਸਕਦਾ ਗਾ। ਇਸ ਨੂੰ ਅਸੀਂ ਬੋਲਦੇ ਹਾਂ ਸਮੇਟਿਵ ਸਿਸਟਮ। ਫਿਰ ਜਦੋਂ ਇਹ ਸਿਸਟਮ ਅੱਛਾ ਨਹੀਂ ਸੀ ਤਾਂ ਫਿਰ ਆਇਆ ਫਾਰਮੇਟਿਵ ਸਿਸਟਮ। ਤੁਸੀਂ ਇਹਦੇ ਨਾਮ ਤੋਂ ਹੀ ਦੇਖ ਲਓ ਕਿ ਫਾਰਮ ਕਰਨਾ, ਫਾਰਮ ਕਰਨਾ, ਤੁਹਾਨੂੰ ਬਣਾਉਣਾ, ਬੁਣਨਾ। ਤਾਂ ਫਾਰਮੇਟਿਵ ਸਿਸਟਮ ਦੇ ਵਿੱਚ ਕੀ ਆ ਜੀ ਕਿ ਟੀਚਰ ਆਪਦੇ ਕੋਰਸ ਦੇ ਦੌਰਾਨ ਵੱਖ-ਵੱਖ ਸਮੇਂ ਤੇ ਬੱਚੇ ਨੂੰ ਚੈੱਕ ਕਰਦਾ ਰਹਿੰਦਾ। ਇਹਨੂੰ ਅਸੀਂ ਫਾਰਮੇਟਿਵ ਸਿਸਟਮ ਬੋਲਦੇ ਹਾਂ ਕਿ ਸਮਾਂ ਰਹਿੰਦੇ ਹੀ ਕਮੀਆਂ ਨੂੰ ਦੂਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਅੱਛੇ ਤਰੀਕੇ ਨਾਲ ਲਰਨਿੰਗ ਹੋ ਜਾਂਦੀ ਹੈ। ਸੇਮ ਐਗਜ਼ਾਮਪਲ 'ਚ ਲੈ ਕੇ ਚੱਲੀਏ ਕਿ ਫਾਰਮੇਟਿਵ ਸਿਸਟਮ ਦੇ ਵਿੱਚ ਵੀ 60 ਮਿੰਟ ਦਾ ਹੀ ਟੀਚਰ ਕੋਲੇ ਲੈਕਚਰ ਆ। ਇਸ ਸਿਸਟਮ ਦੇ ਵਿੱਚ ਟੀਚਰ ਕੀ ਕਰ ਰਿਹਾ ਕਿ ਉਹ ਪਹਿਲਾਂ 20 ਮਿੰਟ ਪੜ੍ਹਾ ਰਿਹਾ, 10 ਮਿੰਟ ਉਹ ਪੜ੍ਹਾਏ ਹੋਏ 'ਚੋਂ ਕੁਐਸਚਨ ਪੁੱਛ ਰਿਹਾ, ਸੁਣ ਰਿਹਾ, ਇਵੈਲੂਏਟ ਕਰ ਰਿਹਾ। ਫਿਰ ਉਸ ਤੋਂ ਬਾਅਦ ਉਹ 20 ਮਿੰਟ ਫੇਰ ਪੜ੍ਹਾ ਰਿਹਾ, ਹੈ ਨਾ, ਉਹ 20 ਮਿੰਟ ਫੇਰ ਪੜ੍ਹਾ ਰਿਹਾ, 10 ਮਿੰਟ ਐਂਡ ਵਾਲੇ ਉਹ ਫੇਰ ਇਵੈਲੂਏਟ ਕਰ ਰਿਹਾ। ਇਹਦੇ ਨਾਲ ਕੀ ਆ ਕਿ ਪੜ੍ਹਾਉਣ ਦੇ ਦੌਰਾਨ ਹੀ ਬੱਚੇ ਚਾਂਗਾ ਹੋਈਆਂ ਕਮੀਆਂ ਨੂੰ ਉਹ ਜਾਣਦਾ ਰਹਿੰਦਾ, ਪੁੱਛਦਾ ਰਹਿੰਦਾ ਤੇ ਸਮੇਂ ਸਿਰ ਹੀ ਕਮੀਆਂ ਨੂੰ ਦੂਰ ਕਰਦਾ ਰਹਿੰਦਾ। ਇਹਦੇ ਨਾਲ ਬੱਚੇ ਦੀ ਲਰਨਿੰਗ ਇੰਪਰੂਵ ਹੋ ਜਾਂਦੀ ਆ, ਉਹ ਡਿਵੈਲਪ ਹੁੰਦਾ ਗਾ। ਜਿਵੇਂ ਕਿ ਆਪਣੀ ਕਲਾਸ ਦੇ ਵਿੱਚ ਵੀ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿ ਜਿਵੇਂ ਆਹ ਕਰ ਲਿਆ, ਮੈਂ ਤੈਨੂੰ ਪੁੱਛਾਂ ਵੀ ਹਾਂ ਬਈ ਸਮਝ ਆ ਗਈ ਤੁਹਾਨੂੰ, ਇਹ ਗੱਲ ਕਲੀਅਰ ਆ। ਸਮੇਟਿਵ ਕੀ ਹੁੰਦੀ ਆ, ਫਾਰਮੇਟਿਵ ਕੀ ਹੁੰਦੀ ਆ, ਤਾਂ ਜਦੋਂ ਤੁਸੀਂ ਮੈਨੂੰ ਇਹਨਾਂ ਦਾ ਜਵਾਬ ਦੇ ਦਿਓ ਤੇ ਆਪਾਂ ਸੈਟਿਸਫਾਈ ਹੋ ਜਾਈਏ, ਆਪਾਂ ਨੂੰ ਲੱਗੇ ਕਿ ਹਾਂ ਤੁਸੀਂ ਸਮਝ ਗਏ ਹੋ, ਆਪਾਂ ਸਿੱਖ ਲਿਆ ਇਸ ਚੀਜ਼ ਨੂੰ, ਫਿਰ ਆਪਾਂ ਅਗਲੇ ਬਾਰੇ ਪੜ੍ਹਨ ਲੱਗ ਜਾਂਗੇ। ਤਾਂ ਕੋਰਸ ਦੇ ਦਰਮਿਆਨ ਹੀ ਜਦੋਂ ਟੀਚਰ ਬੱਚੇ ਨੂੰ ਇਵੈਲੂਏਟ ਕਰਦਾ ਰਹਿੰਦਾ, ਵੱਖ-ਵੱਖ ਸਮੇਂ 'ਤੇ ਉਹਨਾਂ ਦੀਆਂ ਕਮੀਆਂ ਨੂੰ ਜਾਣਦਾ ਰਹਿੰਦਾ, ਉਹਨਾਂ ਨੂੰ ਦੂਰ ਕਰਦਾ ਰਹਿੰਦਾ, ਤਾਂ ਉਸ ਨੂੰ ਅਸੀਂ ਬੋਲਦੇ ਹਾਂ ਫਾਰਮੇਟਿਵ ਸਿਸਟਮ। ਇਹ ਲਗਾਤਾਰ ਚੱਲਣ ਵਾਲਾ ਸਿਸਟਮ ਆ। ਇਹ ਇਕੱਲਾ ਕੋਈ ਐਂਡ ਪੁਆਇੰਟ 'ਤੇ ਨਹੀਂ ਚੱਲਦਾ, ਇਹ ਲਗਾਤਾਰ ਥਰੂ ਆਊਟ ਦਾ ਕੋਰਸ ਚੱਲਦਾ ਹੀ ਰਹਿੰਦਾ। ਇਸ ਲਗਾਤਾਰਤਾ ਨੂੰ ਬਣਾਏ ਰੱਖਣ ਲਈ ਇਹਦੇ 'ਚ ਐਡ ਕੀਤਾ ਗਿਆ ਅਸੈਸਮੈਂਟ, ਕਿ ਇਸ ਲਗਾਤਾਰਤਾ ਨੂੰ, ਜਿਵੇਂ ਹੁਣ ਪੱਕੇ ਪੇਪਰ ਆ, ਫਾਈਨਲ ਐਗਜ਼ਾਮਸ ਨੇ, ਉਹ ਤਾਂ ਐਂਡ ਪੁਆਇੰਟ ਆ, ਬਟ ਵਿਚਕਾਰ ਬੱਚੇ ਨੂੰ ਤੁਸੀਂ ਹਰ ਸਮੇਂ 'ਤੇ ਜੱਜ ਕਰਨਾ, ਉਹਨੂੰ ਤੁਸੀਂ ਇਵੈਲੂਏਟ ਕਰਨਾ, ਤਾਂ ਉਹਦੇ ਲਈ ਕਿਹੜਾ ਸਿਸਟਮ ਆਊਗਾ। ਤਾਂ ਜਿਵੇਂ ਤੁਹਾਡੇ ਆਪਾਂ ਆਪਣੇ ਸਾਈਕੋ ਦੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਹੀ ਦੇਖ ਲਈਏ ਕਿ 100 ਨੰਬਰ ਦਾ ਪੇਪਰ ਆਉਂਦਾ, 70 ਨੰਬਰ ਦਾ ਇਹਦੇ 'ਚੋਂ ਪੇਪਰ ਹੁੰਦਾ ਜਿਹੜੀ ਥੀਰੀ ਹੁੰਦੀ ਹੈਗੀ, ਪਿੱਛੇ ਰਹਿ ਗਿਆ 30 ਨੰਬਰ। 30 ਨੰਬਰ ਅੱਧੀ ਅਸੈਸਮੈਂਟ ਲੱਗਦੀ ਆ ਜੀ। 30 ਚੋਂ 6 ਨੰਬਰ ਤੁਹਾਡੀ ਅਟੈਂਡੈਂਸ ਦੇ ਹੁੰਦੇ ਆ, 12 ਨੰਬਰ ਤੁਹਾਡੇ MST ਦੇ ਹੁੰਦੇ ਆ, ਜੋ ਟੀਚਰ ਤੁਹਾਡੇ ਨੰਬਰ ਲਗਾਉਂਦੇ ਨੇ, ਮੰਥਲੀ ਟੈਸਟ ਆ ਜਿਹੜੇ। 12 ਨੰਬਰ ਤੁਹਾਡੇ ਰਿਸਰਚ ਦੇ ਹੁੰਦੇ ਆ, ਜਿਸ ਨੂੰ ਤੁਸੀਂ ਅਸਾਈਨਮੈਂਟ ਜਾਂ ਪ੍ਰੋਜੈਕਟ ਵਰਕ ਥਰੂ ਲੈ ਸਕਦੇ ਹੋ। ਤਾਂ ਦੇਖੋ ਇਸ ਸੈਗਮੈਂਟ ਦੇ ਵਿੱਚ ਕੀ ਆ, ਪਹਿਲੀ ਗੱਲ ਤਾਂ ਤੁਹਾਡੀ ਅਟੈਂਡੈਂਸ, ਜਿਹੋ ਜਿਹੀ ਤੁਹਾਡੀ ਅਟੈਂਡੈਂਸ ਹੋਊਗੀ 6 ਚੋਂ ਉਨੇ ਨੰਬਰ ਤੁਹਾਡੇ ਲੱਗ ਜਾਣਗੇ। ਐਂਡ ਤੇ ਜਾ ਕੇ ਨਾ ਅਸੈਸਮੈਂਟ ਵਾਲੇ ਨੰਬਰਾਂ ਨੇ ਤੁਹਾਡੇ ਫਾਈਨਲ ਨੰਬਰਾਂ 'ਚ ਤਾਂ ਜੁੜਨਾ ਹੀ ਆ ਨਾ, ਪੇਪਰਾਂ ਵਾਲੇ ਨੰਬਰਾਂ 'ਚ ਤਾਂ, ਜਿਹਨੇ ਤੁਹਾਡੀ ਇਵੈਲੂਏਸ਼ਨ ਬਣਾਉਣੀ ਆ। ਤਾਂ ਤੁਸੀਂ ਹਰ ਦਿਨ ਚੈੱਕ ਕੀਤੇ ਜਾ ਰਹੇ ਹੋ ਕਿ ਤੁਹਾਡੀ ਸਕੂਲ ਦੇ ਨਾਲ ਕਿਸ ਤਰ੍ਹਾਂ ਦੀ ਜਾਂ ਕਾਲਜ ਦੇ ਨਾਲ ਜੁੜਾਓ ਕਿਸ ਤਰ੍ਹਾਂ ਦਾ, ਕੀ ਤੁਸੀਂ ਡੇਲੀ ਆ ਰਹੇ ਹੋ ਜਾਂ ਨਹੀਂ ਆ ਰਹੇ ਹੋ। ਤਾਂ ਕੰਟੀਨਿਊਸ ਚੱਲਣ ਵਾਲੀ ਚੀਜ਼ ਹੋਗੀ ਕਿ ਨਹੀਂ ਹੋਗੀ। ਫਿਰ ਹਰ ਮੰਥਲੀ ਤੁਹਾਡੇ ਟੈਸਟ ਹੋ ਰਹੇ ਨੇ MST, ਉਹਨਾਂ 'ਚੋਂ ਤੁਸੀਂ ਕਿਵੇਂ ਨੰਬਰ ਲੈ ਰਹੇ ਹੋ। ਜਿਹੋ ਜਿਹੇ ਤੁਸੀਂ ਨੰਬਰ ਲੈ ਰਹੇ ਹੋ ਉਹਦਾ ਤੁਹਾਨੂੰ ਨਫਾ ਨੁਕਸਾਨ ਤੁਹਾਨੂੰ ਤੁਹਾਡੇ ਪੇਪਰ ਦੀ ਮੈਰਿਟ ਬਨ ਦੇ ਵਿੱਚ ਮਿਲ ਰਿਹਾ ਗਾ। ਠੀਕ ਹੈ ਜੀ, ਇਹ ਚੀਜ਼ ਵੀ ਹੋਗੀ। ਫਿਰ ਉਸ ਤੋਂ ਬਾਅਦ 12 ਨੰਬਰ ਦੀ ਤੁਹਾਡੀ ਅਸਾਈਨਮੈਂਟ ਜਾਂ ਪ੍ਰੋਜੈਕਟ ਵਰਕ ਆ, ਮਤਲਬ ਕਿ ਜੋ ਚੀਜ਼ ਤੁਸੀਂ ਪੜ੍ਹ ਰਹੇ ਹੋ ਉਸ ਪ੍ਰਤੀ ਤੁਹਾਡੀ ਸਮਝ ਕਿਹੋ ਜਿਹੀ ਆ, ਕੀ ਤੁਸੀਂ ਉਹਨੂੰ ਲੈ ਕੇ ਰਿਸਰਚ ਕਰ ਸਕਦੇ ਹੋ। ਰਿਸਰਚ ਕਰਨ ਤੱਕ ਬੰਦਾ ਉਦੋਂ ਪਹੁੰਚਦਾ ਜਦੋਂ ਤੁਹਾਡੀ ਕਿਸੇ ਕਨਸੈਪਟ ਨੂੰ ਲੈ ਕੇ ਅੱਛੀ ਸਮਝ ਕ੍ਰੀਏਟ ਹੋ ਜਾਂਦੀ ਆ। ਤਾਂ ਇਹ ਦੇਖਿਆ ਜਾਂਦਾ, ਮਤਲਬ ਕਿ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਤੁਹਾਨੂੰ ਵੱਖ-ਵੱਖ ਸਮੇਂ 'ਤੇ ਕੋਰਸ ਦੇ ਦਰਮਿਆਨ ਹੀ ਚੈੱਕ ਕੀਤਾ ਜਾਂਦਾ, ਤਾਂ ਕਿ ਤੁਸੀਂ ਸਮਾਂ ਰਹਿੰਦੇ ਹੀ ਆਪਦੀਆਂ ਗਲਤੀਆਂ ਨੂੰ ਦੂਰ ਕਰ ਲਓ ਅਤੇ ਅੱਛੀ ਲਰਨਿੰਗ ਕਰਕੇ ਨਿਕਲੋ। ਗੱਲ ਸਮਝ ਗਏ? ਜਿੱਥੇ ਕੁਛ ਨਾ ਸਮਝ ਆਇਆ ਪੁੱਛਣਾ। ਫਿਰ ਆਪਾਂ ਥਰਡ ਦੀ ਗੱਲ ਕਰਦੇ ਹਾਂ, CCE। ਹੁਣ ਦੇਖਣ ਨੂੰ ਲੱਗਦਾ ਕਿ ਇਹ ਸਿਸਟਮ ਤਾਂ ਬਹੁਤ ਵਧੀਆ ਸੀ, ਫਾਰਮੇਟਿਵ ਸਿਸਟਮ, ਫਿਰ ਤੀਜਾ ਸਿਸਟਮ ਲਿਆਉਣ ਦੀ ਜ਼ਰੂਰਤ ਹੀ ਕੀ ਸੀਗੀ ਜਦੋਂ ਸਾਡੇ ਕੋਲੇ ਅੱਛਾ ਲਗਾਤਾਰ ਚੱਲਣ ਵਾਲਾ ਫਾਰਮੇਟਿਵ ਸਿਸਟਮ ਆ ਗਿਆ ਸੀ। ਪਰ ਇੱਥੇ ਪ੍ਰੋਬਲਮ ਆ ਨਾ ਜਿਹੜੀ, ਉਹ ਇਹ ਸਾਡੇ ਸਾਹਮਣੇ ਆਉਂਦੀ ਆ ਕਿ ਦੇਖੋ ਐਜੂਕੇਸ਼ਨ ਦਾ ਮੇਨ ਮੋਟਿਵ ਕੀ ਆ। ਤੁਸੀਂ ਜਾਣਦੇ ਹੋ B.Ed 'ਚ ਆਪਾਂ ਇਹਨੂੰ ਲਿਖਿਆ ਓਵਰਆਲ ਡਿਵੈਲਪਮੈਂਟ,
कि बच्चे का सर्वपक्षी विकास ही स्कूल एजुकेशन का मेन मोटिव आ कि बच्चे नूं मैंटली सोशली इमोशनली हर पक्ष तो उहदी डिवेलपमेंट होवे, उहदा विकास होवे। पर जिहड़ा फॉर्मेटिव सिस्टम आ फॉर्मेटिव सिस्टम आ जिहड़ा, ये तो सिर्फ थोड़ी स्टडी एजुकेशन नूं जां सॉरी तुहाडी पढ़ाई नूं जज कर रहा, क्लास वाले काम नूं जज कर रहा फॉर्मेटिव एजुकेशन का सिस्टम तो। क्योंकि जिहड़ा तुसीं क्लास च पढ़ रहे हो, क्लास दे विच तुहाडी किहड़ी डिवेलपमेंट हो रही है, मैंटल डिवेलपमेंट हो रही है जी, मैंटल डिवेलपमेंट हो रही है। फॉर्मेटिव सिस्टम दे विच तां सिर्फ ते सिर्फ तुहाडी मैंटल डिवेलपमेंट नूं ही इवैल्यूएट कीता जा रहा, तुहाडी सोशल इमोशनल उन्हां दी तां गल ही नहीं हो रही इहदे च। हुण एजुकेशन दा काम की आ, ओवरऑल डिवेलपमेंट। फिर असीं लैक्चर शुरू होने तो पहला ये भी कह चुके हैं कि जी ओवरऑल डिवेलपमेंट जां डिवेलपमेंट तो तुहाडी तां ही होऊ किसी भी चीज़ 'च जे उहदी इवैल्यूएशन होऊगी। सिखोगे तुसीं तां ही जे तुसीं उस चीज़ की इवैल्यूएशन करदे हो। हुण जदों असीं सोशल इमोशनल मॉरल इन्हां डिवेलपमेंट्स की असीं इवैल्यूएशन ही नहीं कर रहे, तो असीं किवें कह लांगे कि असीं इन्हां चीज़ां 'च डिवेलप होए आ। तां करके फॉर्मेटिव सिस्टम नूं भी नकार दिता गया। ये कल्ली पढ़ाई लई तां ठीक आ, पर जिहड़े बाकी एस्पैक्ट्स ने ओवरऑल डिवेलपमेंट लई उन्हां चों तां किते इवैल्यूएशन हो ही नहीं रही। तां करके इनू भी असीं जो है वो अपडेशन करन दी जरूरत आ, तां करके CCE लिआंदी गई। हाँ जी कुलविंदर एक मिनट दसदा बई। तो फिर तीसरे नंबर ते आउंदी आ CCE। तो गवर्नमेंट ने एक होर सिस्टम लिआंदा CCE। तो इस CCE दे विच वाਕਿਆ ही ओवरऑल डिवेलपमेंट की गल की जा रही है। CCE की फुल फॉर्म की आ, कंटीन्यूअस कंप्रेहेंसिव इवैल्यूएशन। कंटीन्यूअस का मतलब है जी लगातार चलने वाली, कंटीन्यूअस लगातार चल रहा। कंप्रेहेंसिव का मतलब हुंदा जी व्यापक, हर पासे हर साइड ते जिस दे विच सारियां चीज़ां इनवॉल्व आ जाण। कंटीन्यूअस लगातार चलने वाली। कंप्रेहेंसिव कंप्रेहेंसिव की आ कि जिस दे विच कल्ली पढ़ाई की गल नहीं कीती, सर्व व्यापक आ। ਇਹਦੇ 'ਚ ਮੋਰਲ ਡਿਵੈਲਪਮੈਂਟ ਦੀ ਵੀ ਗੱਲ ਹੋਊ, ਇਮੋਸ਼ਨਲ ਡਿਵੈਲਪਮੈਂਟ ਦੀ ਵੀ ਗੱਲ ਹੋਊ, ਸੋਸ਼ਲ ਡਿਵੈਲਪਮੈਂਟ ਦੀ ਵੀ ਗੱਲ ਹੋਊ। ਬੱਚੇ ਨੂੰ ਹਰ ਪੱਖ ਤੋਂ ਇਵੈਲੂਏਟ ਕੀਤਾ ਜਾਊ, ਕਿਉਂਕਿ ਬੱਚੇ ਨੂੰ ਜਦੋਂ ਅਸੀਂ ਓਵਰਆਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਡਿਵੈਲਪ ਤੁਸੀਂ ਤਾਂ ਹੀ ਕਰ ਸਕੋਗੇ ਜੇ ਹਰ ਪੱਖ ਤੋਂ ਤੁਸੀਂ ਉਹਨੂੰ ਇਵੈਲੂਏਟ ਵੀ ਕਰ ਸਕੋਗੇ। ਤਾਂ ਇਹਦੇ ਵਿੱਚ ਕੰਟੀਨਿਊਸ ਇਹ ਲਗਾਤਾਰ ਵੀ ਚੱਲਦੀ ਆ, ਪਹਿਲੇ ਦਿਨ ਤੋਂ ਲੈ ਕੇ ਐਂਡ ਵਾਲੇ ਦਿਨ ਤੱਕ ਚੱਲਦੀ ਆ। ਕੰਪਰੇਹੈਂਸਿਵ हर पक्ष तो तुहानूं इहदे च इवैल्यूएट किया जाता तो इवैल्यूएशन मुलांकन आ गई। ठीक है जी, तो समझ गए अज दे टाइम ते जिहड़े साडे स्कूलों च इवैल्यूएशन सिस्टम का जिहड़ा कंसैप्ट चल रहा वो CCE चल रहा, कंटीन्यूअस कंप्रहेंसिव इवैल्यूएशन। इत्थों तक दसो, फिर आप अगे चलते हैं। अगे जी अगे चलते हैं जी। हुण तुसीं अक्सर दो शब्दों च कन्फ्यूज होंदे होवोगे कि एक तो इवैल्यूएशन शब्द आउंदा, एक असैसमेंट आउंदा, दोनों च फर्क की आ। तो पहले आपां उस फर्क नूं समझ के फिर अगे चलते हैं। असैसमेंट ते इवैल्यूएशन
ਅਸੈਸਮੈਂਟ ਤੇ ਇਵੈਲੂਏਸ਼ਨ, ਇੱਕ ਦੋਨਾਂ ਦੇ ਫਰਕ ਸਮਝਾਂਗੇ ਤਾਂ ਤੁਸੀਂ ਇਸ ਕਨਸੈਪਟ ਨੂੰ ਸਮਝ ਜਾਓਗੇ। ਜਿਵੇਂ ਕਿ ਅਸੈਸਮੈਂਟ ਇੱਕ ਪ੍ਰਕਿਰਿਆ ਜੀ, ਅਸੈਸਮੈਂਟ ਇੱਕ ਪ੍ਰਕਿਰਿਆ ਪ੍ਰੋਸੈਸ ਆ, ਤੇ ਇਵੈਲੂਏਸ਼ਨ ਐਂਡ ਪੁਆਇੰਟ ਆ। ਜਿਵੇਂ ਕਿ ਮੈਂ ਤੁਹਾਨੂੰ ਪੁੱਛ ਲਾਂ ਕਿ ਵੀ ਤੁਹਾਡੇ ਬੀਐਡ ਚੋਂ ਕਿੰਨੇ ਨੰਬਰ ਨੇ, ਤਾਂ ਤੁਸੀਂ ਮੈਨੂੰ ਕਹੋ ਜੀ ਸਾਡੇ 80% ਨੰਬਰ ਆਏ ਨੇ ਬੀਐਡ ਚੋਂ, 80% ਨੰਬਰ ਆਏ ਨੇ ਸਾਡੇ ਬੀਐਡ ਚੋਂ, ਤਾਂ ਇਟ ਮੀਨਸ ਤੁਸੀਂ ਜੋ ਮੈਨੂੰ ਦੱਸ ਰਹੇ ਹੋ ਆਪਦੀ ਇਵੈਲੂਏਸ਼ਨ ਦੱਸ ਰਹੇ ਹੋ। ਮਤਲਬ ਕਿ ਤੁਸੀਂ ਗਏ ਸੀ ਟੀਚਰ ਬਣਨ। ਜੇ ਮੈਂ ਤੁਹਾਨੂੰ ਪੁੱਛਾਂ ਕਿ ਵੀ ਬੀਐਡ ਕਿਉਂ ਕੀਤੀ ਤਾਂ ਤੁਸੀਂ ਆਖੋਗੇ ਜੀ ਟੀਚਰ ਬਣਨ ਲਈ। ਤਾਂ ਤੁਹਾਡਾ ਆਬਜੈਕਟਿਵ ਜਾਂ ਉਦੇਸ਼ ਕੀ ਸੀ ਕਿ ਤੁਸੀਂ ਇੱਕ ਅੱਛਾ ਟੀਚਰ ਬਣ ਜਾਣਾਗਾ, ਇਸ ਲਈ ਤੁਸੀਂ ਬੀਐਡ ਕਰ ਰਹੇ ਹੋ। ਤੁਸੀਂ ਉਸ ਪ੍ਰੋਸੈਸ 'ਚ ਰਹੇ, 2 ਸਾਲ ਬੀਐਡ ਕੀਤੀ। ਉਦੋਂ ਬਾਅਦ ਜਦੋਂ ਤੁਸੀਂ ਫਾਈਨਲ ਡੀਐਮਸੀ ਜਿਹੜੀ ਦਿੱਤੀ ਹੈ ਤੁਹਾਨੂੰ ਯੂਨੀਵਰਸਿਟੀ ਨੇ, ਉਹਦੇ 'ਤੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਭਾਈ ਤੁਹਾਡੇ 80% ਨੰਬਰ ਆ। ਇਟ ਮੀਨਸ ਤੁਸੀਂ ਜੋ ਉਦੇਸ਼ ਰੱਖੇ ਸੀਗੇ ਉਹਨਾਂ ਆਦੇਸ਼ਾਂ ਦੇ ਵਿੱਚ 80% ਤੁਸੀਂ ਪੂਰੇ ਹੋ ਗਏ ਹੋ, ਮਤਲਬ ਕਿ ਆਦੇਸ਼ ਪ੍ਰਾਪਤ ਕਰ ਲਏ ਨੇ, ਤੇ 20% ਤੁਹਾਡੇ ਬਾਕੀ ਰਹਿ ਗਏ ਨੇ ਜਿਹੜੇ ਤੁਸੀਂ ਆਦੇਸ਼ ਪ੍ਰਾਪਤ ਨਹੀਂ ਕਰ ਸਕੇ। ਤਾਂ ਇਵੈਲੂਏਸ਼ਨ ਹਮੇਸ਼ਾ ਐਂਡ ਪੁਆਇੰਟ ਹੁੰਦਾ, ਇਹਦੇ 'ਚ ਕੋਈ ਹੇਰ ਫੇਰ ਨਹੀਂ ਹੁੰਦਾ। ਜਦੋਂ ਗੱਲ ਹੀ ਖਤਮ ਹੋ ਗਈ ਬਸ ਐਂਡ ਫਾਈਨਲ ਆ ਇਹ। ਅਸੈਸਮੈਂਟ ਆ ਜਿਹੜੀ ਇਹ ਪ੍ਰੋਸੈਸ ਆ ਜੀ, ਇੱਕ ਪ੍ਰਕਿਰਿਆ। ਇੱਕ ਤੁਹਾਡੇ 80% ਨੰਬਰ ਆਏ ਕਿਵੇਂ ਨੇ? ਤੁਸੀਂ 2 ਸਾਲ ਦੇ ਵਿੱਚ ਅਸੈਸਮੈਂਟ 'ਚ ਰਹੇ ਹੋ, ਇੱਕ ਪ੍ਰਕਿਰਿਆ 'ਚ ਰਹੇ ਹੋ। ਜਿਵੇਂ ਕਿ ਅਸੈਸਮੈਂਟ ਆ ਜਿਹੜੀ ਉਹ ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਹੋ ਉਸ ਦਰਮਿਆਨ ਚੱਲਣ ਵਾਲੀ ਪ੍ਰਕਿਰਿਆ। ਜਿਵੇਂ ਸਿੱਧੀ ਜਿਹੀ ਗੱਲ ਆ ਵੀ ਡੇਲੀ ਦੀ ਅਟੈਂਡੈਂਸ ਦਾ ਤੁਹਾਡਾ ਨੰਬਰ ਲੱਗਦਾ, ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਤਾਂ ਪ੍ਰਕਿਰਿਆ ਨਾ ਪੂਰਾ ਸਾਲ 2 ਸਾਲ ਤੁਸੀਂ ਡੇਲੀ ਆਉਣੇ ਹੋ, ਤੁਹਾਡੀ ਅਟੈਂਡੈਂਸ ਲੱਗਦੀ ਆ, ਉਸ ਅਟੈਂਡੈਂਸ ਦੇ ਵਿੱਚ ਤੁਹਾਨੂੰ ਐਂਡ 'ਤੇ ਜਾ ਕੇ ਤੁਹਾਡੇ ਨੰਬਰਾਂ 'ਚ ਵੀ ਫਰਕ ਪੈਂਦਾ ਉਹਦਾ, ਇਹ ਸਭ ਕੁਛ। ਫਿਰ ਆਪਾਂ ਗੱਲ ਕਰੀਏ ਜੇ ਅਗਲੀ ਸਾਈਡ ਗੱਲ ਕਰਦੇ ਆਪਾਂ ਤਾਂ ਜਦੋਂ ਤੁਹਾਡੇ MST ਹੁੰਦੇ ਆ ਤੁਹਾਨੂੰ ਉਹਨਾਂ ਦੇ ਨੰਬਰ, ਪ੍ਰੋਜੈਕਟ ਵਰਕ ਕੋਈ ਰਿਸਰਚ ਵਰਕ ਹੁੰਦਾ ਤੁਹਾਡਾ, ਅਸਾਈਨਮੈਂਟ ਬਣਾਉਣੀ ਆ ਤੁਹਾਨੂੰ ਉਹਨਾਂ ਦੇ ਨੰਬਰ ਮਿਲਦੇ ਨੇ। ਤਾਂ ਪੂਰੇ ਕੋਰਸ ਦੇ ਦੌਰਾਨ ਤੁਹਾਡੀ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈਗੀ, ਠੀਕ ਹੈ। ਇਵੈਲੂਏਸ਼ਨ ਐਂਡ ਪੁਆਇੰਟ ਆ। ਜਿਹੜੀ ਤੁਹਾਡੀ ਅਸੈਸਮੈਂਟ ਆ ਇਹ ਫॉर ਲਰਨਿੰਗ ਆ ਜੀ, ਫॉर ਇੰਪਰੂਵਮੈਂਟ ਆ ਜੀ, ਫॉर ਡਿਵੈਲਪਮੈਂਟ ਕਹਿ ਲਓ ਤੁਸੀਂ ਭਾਵੇਂ, ਚਲੋ। ਮਤਲਬ ਕਿ ਜਿਹੜੀ ਅਸੈਸਮੈਂਟ ਆ ਨਾ ਉਹ ਤੁਹਾਨੂੰ ਇੰਪਰੂਵ ਕਰਨ ਵਾਸਤੇ ਆ। ਜੇ ਕਲਾਸ 'ਚ ਟੀਚਰ ਟੈਸਟ ਲੈ ਰਿਹਾ, ਇਹ ਸਾਡੇ ਪੇਪਰ 'ਚ ਵੀ ਕੁਐਸਚਨ ਆਇਆ ਹੋਇਆ ਕਿ ਟੀਚਰ ਕਲਾਸ 'ਚ ਟੈਸਟ ਲੈ ਰਿਹਾ, ਉਹਦਾ ਉਹ ਕਿਉਂ ਲੈ ਰਿਹਾ ਟੈਸਟ? ਕੀ ਉਹ ਬੱਚੇ ਨੂੰ 1st 2nd 3rd ਵਾਸਤੇ ਕੱਢਣ ਵਾਸਤੇ ਟੈਸਟ ਲੈ ਰਿਹਾ, ਜਾਂ ਬੱਚੇ ਨੂੰ ਕੋਈ ਪ੍ਰਾਈਜ਼ ਜਾਂ ਸਜ਼ਾ ਦੇਣ ਵਾਸਤੇ ਟੈਸਟ ਲੈ ਰਿਹਾ, ਜਾਂ ਫਿਰ ਬੱਚੇ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਨੇ, ਜੋ ਗਲਤੀਆਂ ਨੇ, ਉਹਨਾਂ ਨੂੰ ਕੱਢਣ ਲਈ ਟੈਸਟ ਲੈ ਰਿਹਾ ਤਾਂ ਕਿ ਬੱਚਾ ਅੱਛੇ ਤਰੀਕੇ ਨਾਲ ਲਰਨਿੰਗ ਕਰ ਸਕੇ। ਤਾਂ ਅਸੈਸਮੈਂਟ ਹਮੇਸ਼ਾ ਫॉर ਲਰਨਿੰਗ ਆ, ਤੁਹਾਨੂੰ ਸਿਖਾਉਣ ਲਈ ਆ। ਟੈਸਟ ਟੀਚਰ ਤਾਂ ਲੈ ਰਿਹਾ ਕਿ ਤੁਸੀਂ ਅੱਛਾ ਸਿੱਖੋ, ਜੋ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ। ਫॉर ਇੰਪਰੂਵਮੈਂਟ ਤੁਹਾਨੂੰ ਪ੍ਰਗਤੀ 'ਤੇ ਲਿਆਉਣ ਲਈ ਆ। ਡਿਵੈਲਪਮੈਂਟ ਤੁਹਾਨੂੰ ਵਿਕਸਿਤ ਕਰਨ ਲਈ ਆ। ਅਸੈਸਮੈਂਟ ਹਮੇਸ਼ਾ ਇਹਨਾਂ ਪੁਆਇੰਟਸ ਤੋਂ ਹੁੰਦੀ ਆ। ਤੇ ਇਵੈਲੂਏਸ਼ਨ ਇਹ ਤਾਂ ਜੱਜਮੈਂਟ ਆ ਜੀ, ਇਹ ਤਾਂ ਜੱਜਮੈਂਟ ਆ, ਇਹ ਤਾਂ ਐਂਡ ਪੁਆਇੰਟ ਆ। ਜਦੋਂ ਅਸੈਸਮੈਂਟ ਕਰਕੇ ਟੀਚਰ ਨੇ ਉਸ ਟਾਈਮ ਦੇ ਵਿੱਚ ਤੁਹਾਨੂੰ ਇੰਪਰੂਵਮੈਂਟ ਕਰਤਾ, ਤੁਹਾਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ, ਤੇ ਅੰਤ ਤੁਸੀਂ ਸਾਰੇ ਐਗਜ਼ਾਮ ਪੇਪਰ ਦੇ ਲਏ, ਕੋਰਸ ਐਂਡ ਹੋ ਗਿਆ, ਤੇ ਫਿਰ ਤੁਹਾਨੂੰ DMC 'ਤੇ ਮਿਲਿਆ ਕਿ ਤੁਹਾਡੇ 80 ਨੰਬਰ ਨੇ। ਤਾਂ ਇਹ 80 ਨੰਬਰ ਤੁਹਾਡੇ ਅਸੈਸਮੈਂਟ ਦੀ ਬਦੌਲਤ ਹੀ ਆਏ ਨੇ, ਤੇ 80 ਨੰਬਰ ਤੁਹਾਡੀ ਜਿਹੜੀ ਹੈਗੀ ਆ ਉਹ ਜੱਜਮੈਂਟ ਆ ਕਿ ਭਾਈ ਤੁਸੀਂ ਜਿਹੜੇ ਉਦੇਸ਼ਾਂ ਨੂੰ ਲੈ ਕੇ ਕਾਲਜ 'ਚ BEd ਕਰਨ ਗਏ ਸੀ ਉਹਨਾਂ ਉਦੇਸ਼ਾਂ ਨੂੰ ਤੁਸੀਂ 80% ਪੂਰਾ ਕਰ ਲਿਆ ਤੇ 20% ਪੂਰਾ ਨਹੀਂ ਕਰ ਸਕੇ। ਠੀਕ ਹੈ ਜੀ, ਇਹ ਹੁੰਦੀ ਆ ਜੀ ਇਵੈਲੂਏਸ਼ਨ। ਸਮਝ ਗਏ ਜੀ ਗੱਲ? ਜਿਹੜੀ ਅਸੈਸਮੈਂਟ ਆ ਇਹ ਡਾਇਗਨੋਸਟਿਕ ਹੁੰਦੀ ਆ ਜੀ, ਡਾਇਗਨੋਸਟਿਕ, DIAGNOSTIC, ਡਾਇਗਨੋਸਟਿਕ ਹੁੰਦੀ ਆ ਜੀ। ਡਾਇਗਨੋਸਟਿਕ ਦਾ ਮਤਲਬ ਕੀ ਹੁੰਦਾ ਕਿ ਜਦੋਂ ਟੀਚਰ ਜੋ ਬੱਚਾ ਨਹੀਂ ਸਿੱਖ ਪਾ ਰਿਹਾ ਉਹਦੇ ਕਾਰਨਾਂ ਨੂੰ ਲੱਭਣਾ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਇੱਕ ਬੱਚੇ ਦੇ 6/10 ਨੰਬਰ ਆ ਗਏ, 10 'ਚ ਉਹਦੇ 6 ਨੰਬਰ ਆ ਗਏ, ਪਰ ਕਿੰਨੇ ਨਹੀਂ ਆਏ? 4 ਨਹੀਂ ਆਏ, ਉਹਦੇ 4 ਉਹਨੂੰ ਨਹੀਂ ਆਉਂਦਾ ਸੀ। ਤਾਂ ਟੀਚਰ ਨੇ ਕਾਰਨ ਲੱਭਣਾ ਕਿ ਇਹਨਾਂ 4 ਨੰਬਰਾਂ ਦਾ ਕੀ ਕਾਰਨ ਆ, ਕਿਉਂ ਨਹੀਂ ਆਏ, ਕਿੱਥੇ ਇਹਨੂੰ ਸਮਝ ਨਹੀਂ ਆਈ, ਕਿ ਮੇਰੇ ਪੜ੍ਹਾਉਣ ਦੇ ਤਰੀਕੇ 'ਚ ਫਰਕ ਆ ਜਾਂ ਬੱਚੇ ਨੂੰ ਸਮਝ ਨਹੀਂ ਆਈ।
ये डायगनोस्टिक अप्रोच होंदी है, अगे भी ये बारे गल करांगे। तो असैसमेंट आ जिहड़ी ਉਹ डायगनोज करन दे विच बहुत हैल्प करदी हैगी। तुहाडीਆਂ लुकियां होईयां कमियां जिहदे करके तुसीं सिੱਖ नहीं पा रहे, उन्हां नूं ਲੱਭਣ ਦੇ ਵਿੱਚ ਉਹਨਾਂ ਦੇ ਪਿੱਛੇ ਕਾਰਨ ਕੀ ਆ, ਉਹਨਾਂ ਨੂੰ ਲੱਭਣ ਦੇ ਵਿੱਚ ਅਸੈਸਮੈਂਟ ਆ ਜਿਹੜੀ ਉਹ ਹੈਲਪ ਕਰਦੀ ਆ। ਤਾਂ ਇੱਥੋਂ ਤੱਕ ਸਮਝੇ ਤੁਸੀਂ ਬਈ, ਗੱਲ ਕਲੀਅਰ। ਅਸੈਸਮੈਂਟ ਤੇ ਇਵੈਲੂਏਸ਼ਨ 'ਚ ਫਰਕ ਸਮਝੇ। ਅੱਗੇ ਚੱਲਦੇ ਹਾਂ ਜੀ। ਇੱਕ ਇੱਥੇ ਹੋਰ ਛੋਟੀ ਜਿਹੀ ਅਪਰੋਚ ਹੁੰਦੀ ਆ, ਉਹ ਤੁਸੀਂ ਵੈਸੇ ਉਹਦੇ 'ਤੇ ਕੁਐਸਚਨ ਤਾਂ ਨਹੀਂ ਆਉਂਦਾ, ਪਰ ਫਿਰ ਵੀ ਤੁਸੀਂ ਸਮਝ ਸਕਦੇ ਹੋ। ਉਹਨੂੰ ਅਸੀਂ ਮੀਜ਼ਰਮੈਂਟ ਬੋਲਦੇ ਹਾਂ ਜੀ। ਮੀਜ਼ਰਮੈਂਟ ਕਿ ਕਿਹੜੇ ਤਰੀਕੇ ਨਾਲ ਤੁਹਾਡੀ ਇਵੈਲੂਏਸ਼ਨ ਨੂੰ ਦਰਸਾਇਆ ਜਾਵੇ, ਦਿਖਾਇਆ ਜਾਵੇ। ਤਾਂ ਉਹ ਸਿੰਪਲ ਹੀ ਆ, ਜਾਂ ਤਾਂ ਪਰਸੈਂਟੇਜ ਦੇ ਵਿੱਚ, ਪਹਿਲਾਂ ਪਰਸੈਂਟੇਜ 'ਚ ਚੱਲਦਾ ਸੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ 80% ਆ। ਗ੍ਰੇਡ ਸਿਸਟਮ ਵੀ ਅੱਜ ਕੱਲ੍ਹ ਚੱਲ ਰਿਹਾ ਕਿ A ਗ੍ਰੇਡ, B ਗ੍ਰੇਡ, C ਗ੍ਰੇਡ, A+ ਵਗੈਰਾ। CGPA ਵੀ ਚੱਲ ਰਿਹਾ ਜੀ, है ना। वो 6.1 7.1 कि तुहाडी जिहड़ी जो तुसीं आदेशां नूं प्राप्त कीता उहनूं किस तरीके नाल दिखाया जांदा, इहनूं असीं मेजरमेंट बोलदे हां। बस इहदे च इन्ना ही आ, ठीक है जी, गल क्लीयर। तां चलो अगे चलदे हां जी। अगे असीं गल करांगे जी टाइप्स ऑफ असैसमेंट दी। वैसे तां जिवें मैं तुहानूं आखिया कि आपां होल टू पार्ट पढ़ रहे हां, तां संपूर्णता दे विच मैं हर चीज़ बारे गल कर चुकिया, पर फिर भी हुण जदों आपां हिस्सिਆਂ 'ਚ पढ़ांगे, पार्ट्स ਵੱਲ ਨੂੰ ਜਾਵਾਂਗੇ, ਤਾਂ कुछ चीज़ां तुसीं टैक्नीकली समझणीਆਂ होणगीਆਂ। जिवें कि टाइप्स ऑफ असैसमेंट की आ, असैसमेंट ऑफ लर्निंग, assessment for learning, assessment as learning। ਤਿੰਨ ਤਰ੍ਹਾਂ ਦੀ ਅਸੈਸਮੈਂਟ ਆ ਜੀ। ਇਹਨਾਂ ਤਿੰਨੇ ਤਰ੍ਹਾਂ ਦੀ ਅਸੈਸਮੈਂਟ 'ਚ ਹਾਲਾਂਕਿ ਇਹਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ, ਪਰ ਜਿਹੜੀਆਂ ਮੈਂ ਟਾਈਪਸ ਲਿਖੀਆਂ ਇਹਨਾਂ ਦੇ ਇਹਨਾਂ ਸ਼ਬਦਾਂ 'ਤੇ ਤੁਸੀਂ ਧਿਆਨ ਦੇਣਾ। सब तो पहला शब्द हैगा असैसमेंट ऑफ लर्निंग। असैसमेंट ऑफ लर्निंग मतलब कि जो सिखाया होया उन्होंने असीं असैस करना। ऑफ लर्निंग तो ये किहड़े तरीके च हुंदा कि पहला तुसीं सिखा देना तो फिर उन्होंने तुसीं जांचना कि भी बच्चे सिखे कि नहीं सिखे। तो आपां हुणे पढ़ के हटे कि सममेटिव च हुंदा जी। तो असैसमेंट ऑफ लर्निंग किहदे नाल रिलेटेड आ, ਸਮੇਟਿਵ ਸਿਸਟਮ ਨਾਲ ਰਿਲੇਟਡ ਆ ਜੀ। ਇਹ ਪੇਪਰ 'ਚ ਕੁਐਸਚਨ ਆਉਂਦਾ ਹੁੰਦਾ ਕਿ ਅਸੈਸਮੈਂਟ ਆਫ ਲਰਨਿੰਗ ਜਾਂ ਫॉर ਲਰਨਿੰਗ ਜਾਂ ਐਜ਼ ਲਰਨਿੰਗ ਕਿਹਦੇ ਨਾਲ ਰਿਲੇਟਡ ਆ। ਤਾਂ ਅਸੈਸਮੈਂਟ ਆਫ ਲਰਨਿੰਗ ਮਤਲਬ ਕਿ ਜੋ ਤੁਸੀਂ ਸਿੱਖਿਆ ਹੋਇਆ ਉਹਨੂੰ ਅਸੈਸ ਕਰਨਾ, ਤਾਂ ਇਹ ਸਮੇਟਿਵ 'ਚ ਹੁੰਦਾ। ਫਿਰ ਅਸੈਸਮੈਂਟ ਫॉर ਲਰਨਿੰਗ ਸਿਖਾਉਣ ਲਈ ਅਸੈਸ ਕਰਨਾ, ਤੇ ਇਹ ਤਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਸਿਖਾਉਣ ਲਈ ਅਸੈਸ ਕਿਹੜੀ 'ਚ ਕੀਤਾ ਜਾਂਦਾ, ਫਾਰਮੇਟਿਵ 'ਚ ਕੀਤਾ ਜਾਂਦਾ, ਜਦੋਂ ਸਮੇਂ ਦੇ ਨਾਲ ਨਾਲ ਪੜ੍ਹਾਉਂਦੇ ਹੋਏ ਹੀ ਕੁਐਸਚਨਸ ਪੁੱਛੇ ਜਾਂਦੇ ਨੇ। ਫਾਰਮੇਟਿਵ ਦੇ ਵਿੱਚ ਅਸੈਸਮੈਂਟ ਫॉर ਲਰਨਿੰਗ ਹੁੰਦਾ ਜੀ। ਤੇ ਉਸ ਤੋਂ ਬਾਅਦ ਅਸੈਸਮੈਂਟ ਐਜ਼ ਲਰਨਿੰਗ, ਜੋ ਜੋ ਤੁਸੀਂ ਸਿੱਖ ਰਹੇ ਹੋ ਉਹਨੂੰ ਸਾਰੇ ਕਾਸੇ ਨੂੰ ਅਸੈਸ ਕਰਨਾ। ਅਸੈਸਮੈਂਟ ਐਜ਼ ਲਰਨਿੰਗ, ਜੋ ਸਿੱਖਿਆ ਉਸ ਨੂੰ ਅਸੈਸ ਕੀਤਾ। ਤਾਂ ਸਕੂਲ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਗੱਲ ਤਾਂ ਓਵਰਆਲ ਡਿਵੈਲਪਮੈਂਟ ਦੀ ਕੀਤੀ ਜਾਂਦੀ ਹੈ, ਖੇਡਾਂ ਵੀ ਕਰਾਈਆਂ ਜਾਂਦੀਆਂ, ਕਲਚਰਲ ਐਕਟੀਵਿਟੀਜ਼ ਵੀ ਕਰਵਾਈਆਂ ਜਾਂਦੀਆਂ, ਕੋਈ ਦਿਨ ਵੀ ਮਨਾਏ ਜਾਂਦੇ ਨੇ ਵਗੈਰਾ ਵਗੈਰਾ, ਪਰ ਨੰਬਰ ਸਟੂਡੈਂਟ ਨੂੰ ਸਿਰਫ ਤੇ ਸਿਰਫ ਪੜ੍ਹਨ ਦੇ ਮਿਲਦੇ ਸੀ। ਤਾਂ ਜੋ ਸਭ ਕੁਝ ਸਿਖਾਇਆ ਜਾ ਰਿਹਾ ਉਹ ਸਾਰੇ ਨੂੰ ਇਵੈਲੂਏਟ ਨਹੀਂ ਨਾ ਕੀਤਾ ਜਾ ਰਿਹਾ ਸੀ, ਸਾਰੇ ਨੂੰ ਅਸੈਸ ਥੋੜ੍ਹਾ ਕੀਤਾ ਜਾ ਰਿਹਾ ਸੀ, ਸਿਰਫ ਇਕੱਲੀ ਪੜ੍ਹਾਈ ਨੂੰ ਅਸੈਸ ਕੀਤਾ ਜਾ ਰਿਹਾ ਸੀ। ਤਾਂ ਥਰਡ ਦੇ ਵਿੱਚ ਅਸੈਸਮੈਂਟ ਐਜ਼ ਲਰਨਿੰਗ, ਜੋ ਜੋ ਤੁਸੀਂ ਸਿੱਖ ਰਹੇ ਹੋ ਉਸੇ ਨੂੰ ਹੀ ਅਸੈਸ ਕਰਨਾ। ਤਾਂ ਇਹ ਕਿਹਦੇ 'ਚ ਹੁੰਦਾ, ਇਹ ਆਪਾਂ ਹੁਣੇ ਗੱਲ ਕੀਤੀ ਹੈ CCE ਦੇ ਵਿੱਚ ਹੁੰਦਾ ਜੀ, ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਦੇ ਵਿੱਚ ਇਹ ਚੀਜ਼ ਹੁੰਦੀ ਹੈ, ਜਿਸ ਦੇ ਵਿੱਚ ਤੁਸੀਂ ਜੋ ਪੜ੍ਹਿਆ
ਜੋ ਤੁਸੀਂ ਪੜ੍ਹਿਆ, ਜੋ ਤੁਸੀਂ ਸਕੂਲ ਦੇ ਵਿੱਚ ਸਿੱਖਿਆ, ਉਸੇ ਨੂੰ ਹੀ ਅਸੈਸ ਕੀਤਾ ਜਾਂਦਾ ਗਾ ਸਭ ਕੁਛ ਨੂੰ। ਤਾਂ ਇਹ ਅਸੈਸਮੈਂਟ ਐਜ਼ ਲਰਨਿੰਗ ਤਾਂ ਇਹ CCE ਦੇ ਵਿੱਚ ਹੁੰਦਾ ਜੀ। ਤੈਨੂੰ ਸਮਝ ਗਏ? ਇੱਥੋਂ ਸਾਨੂੰ ਇੱਕ ਕੁਐਸਚਨ ਆਉਣਾਗਾ ਹਰ ਹਾਲਤ 'ਚ ਕਿ ਅਸੈਸਮੈਂਟ ਆਫ ਲਰਨਿੰਗ ਕਿਹੜਾ ਸਿਸਟਮ ਆ, ਅਸੈਸਮੈਂਟ ਫॉर ਲਰਨਿੰਗ ਕਿਹੜਾ ਸਿਸਟਮ ਆ, ਤੇ ਅਸੈਸਮੈਂਟ ਐਜ਼ ਲਰਨਿੰਗ ਕਿਹੜਾ ਸਿਸਟਮ ਹੈ। ਇੱਥੇ ਕੋਈ ਪ੍ਰੋਬਲਮ ਹੈ ਤਾਂ ਦੱਸੋ ਬਈ। क्लीयर है भाई? चलो जी अगे चलते हैं फिर आप कुछ क होर असैसमेंट्स होंदियां, थोड़ा उहदे बारे गल करांगे। सिंपल आ एक तां प्लेसमेंट एवैल्यूएशन, जिवें ते एक बहुत इंपॉर्टेंट आ स्कूल बेस्ड एवैल्यूएशन सिस्टम। स्कूल बेस्ड एवैल्यूएशन सिस्टम ਜਿਹੜਾ ਤਾਂ ਇਹਦੇ ਚ ਪਹਿਲਾ ਬਈ प्लेसमेंट एवैल्यूएशन ਇਹ स्किल बेस्ड ਹੁੰਦਾ। ਇਹਨੂੰ ਤੁਸੀਂ ਵੈਸੇ ਜ਼ਿਆਦਾ ਇੰਪੋਰਟੈਂਟ ਨਹੀਂ, ਪਰ ਫਿਰ ਵੀ ਤੁਸੀਂ ਇਹਨੂੰ ਸਮਝ ਕੇ ਲਿਖ ਲਓ। ਚਲੋ ਸਕੂਲ ਬੇਸਡ ਹੁੰਦਾ ਇਹ, ਸੌਰੀ ਸਕਿੱਲ ਬੇਸਡ ਹੁੰਦਾ ਇਹ। ਜੇ ਸਿੰਪਲ ਜੀ ਸਿੱਧੀ ਜੀ ਗੱਲ ਆਪਾਂ ਕਰੀਏ ਕਿ ਤੁਹਾਨੂੰ ਸਕਿੱਲ ਦੇ ਆਧਾਰ ਤੇ ਇਵੈਲੂਏਟ ਕੀਤਾ ਜਾਂਦਾ। ਜਿਵੇਂ ਕਿ ਤੁਸੀਂ ਟੀਚਰ ਹੋ, ਹੁਣ ਤੁਸੀਂ ਅੱਛੇ ਨੰਬਰ ਲੈਤੇ ਆ ਹਨਾ, ਤੁਸੀਂ ਨੰਬਰ ਕਿਸੇ ਦੇ ਅੱਗੇ ਰੱਖੋ, ਜੌਬ ਲਈ ਤੁਸੀਂ ਜਾਓ ਕਿਤੇ ਇੰਟਰਵਿਊ ਦੇਣ ਲਈ, ਤਾਂ ਉਹ ਤੁਹਾਡੇ ਨੰਬਰਾਂ ਵਾਲੀ ਫਾਈਲ ਰੱਖ ਦੇ ਪਾਸੇ ਤੇ ਤੁਹਾਨੂੰ ਆਖੇ ਵੀ ਤੁਸੀਂ ਟੀਚਰ ਹੋ, ਮੈਨੂੰ ਪੜ੍ਹਾ ਕੇ ਦਿਖਾਓ, ਡੈਮੋ ਲੈਕਚਰ ਦੇ ਦਿਓ। ਇਹ ਹੁਣ ਪਲੇਸਮੈਂਟ ਐਵੈਲੂਏਸ਼ਨ ਆ, ਜਦੋਂ ਸਕਿੱਲ ਦੇ ਆਧਾਰ ਤੇ ਤੁਹਾਨੂੰ ਚੈੱਕ ਕੀਤਾ ਜਾਂਦਾ, ਨਾ ਕਿ ਥਿਊਰੀ ਦੇ ਆਧਾਰ ਤੇ, ਤੁਹਾਡੇ ਮਾਰਕਸ ਦੇ ਆਧਾਰ ਤੇ। ਸਕਿੱਲ ਬੇਸਡ ਪਲੇਸਮੈਂਟ ਐਵੈਲੂਏਸ਼ਨ, ਠੀਕ ਹੈ ਜੀ। ਨੈਕਸਟ ਜੀ ਅੱਗੇ ਗੱਲ ਕਰੀਏ, ਇਹਦੇ ਨਾਲੋਂ ਵੀ ਇੰਪੋਰਟੈਂਟ ਆ ਜਿਹਦੇ ਤੁਹਾਨੂੰ ਇੱਕ ਕੁਐਸਚਨ ਆਉਣਾ, ਇਹ ਹੈ ਜੀ ਸਕੂਲ ਬੇਸਡ ਐਵੈਲੂਏਸ਼ਨ ਸਿਸਟਮ। ਇਹ ਬਿਲਕੁਲ ਨਵਾਂ ਸਿਸਟਮ ਆ, ਗਵਰਨਮੈਂਟ ਲਾਗੂ ਕਰ ਰਹੀ ਹੈ ਇਸ ਸਿਸਟਮ ਨੂੰ, ਸਕੂਲ ਬੇਸਡ ਐਵੈਲੂਏਸ਼ਨ ਸਿਸਟਮ। ਇਸ ਸਿਸਟਮ ਦੇ ਵਿੱਚ ਕੀ ਹੈ ਜੀ, ਤੁਸੀਂ ਸਿੰਪਲ ਲੈਂਗੁਏਜ ਦੇ ਵਿੱਚ ਲਿਖਣਾ, ਇਹਨੂੰ ਸਮਝਣਾ। ਦੇਖੋ ਜਿਵੇਂ ਪਹਿਲਾਂ ਸੀ ਕਿ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸੀ, ਉਹਨਾਂ ਦੇ ਬੋਰਡ ਦੇ ਜਾਂ ਵੈਸੇ ਪੇਪਰ ਹੁੰਦੇ ਸੀ, ਉਹਨਾਂ ਪੇਪਰਾਂ ਨੂੰ ਕਿਸੇ ਹੋਰ ਸਕੂਲ ਦਾ ਟੀਚਰ ਚੈੱਕ ਕਰਦਾ ਸੀ। ਕਿਸੇ ਬੱਚੇ ਦੀ ਲਿਖਾਈ ਸਾਫ਼ ਨਹੀਂ ਹੈਗੀ ਪਰ ਪੜ੍ਹਨ 'ਚ ਅੱਛਾ ਉਹ, ਜਾਂ ਕੋਈ ਪੇਪਰ ਵਾਲੇ ਦਿਨ ਅੱਛੇ ਤਰੀਕੇ ਨਾਲ ਲਿਖ ਨਹੀਂ ਪਾਇਆ ਵਗੈਰਾ ਵਗੈਰਾ, ਕਈ ਸਾਰੇ ਐਸੇ ਪੱਖ ਰਹਿ ਜਾਂਦੇ ਸੀ ਕਿ ਹੋਰ ਟੀਚਰ ਉਹ ਬੱਚੇ ਦੇ ਸਮਝ ਨਹੀਂ ਸੀ ਪਾਉਂਦਾ, ਤਾਂ ਬੱਚੇ ਦੀ ਸਹੀ ਇਵੈਲੂਏਸ਼ਨ ਨਹੀਂ ਸੀ ਹੁੰਦੀ। ਫਿਰ ਕੋਈ ਪ੍ਰੈਕਟੀਕਲ ਆ, ਮਿਊਜ਼ਿਕ ਦਾ, ਕੋਈ ਸਪੋਰਟਸ ਦਾ, ਕੋਈ ਸਾਇੰਸ ਦਾ, ਬਾਹਰੋਂ ਟੀਚਰ ਆਉਂਦਾ ਸੀ, ਐਕਸਟਰਨਲ ਆਉਂਦਾ ਸੀ ਪ੍ਰੈਕਟੀਕਲ ਲੈਣ। ਬੱਚਾ ਉਸ ਦਿਨ ਘਬਰਾ ਗਿਆ, ਕੋਈ ਹੋਰ ਐ ਡਰ ਗਿਆ, ਤਾਂ ਉਹ ਬੱਚਾ ਪਰਫਾਰਮ ਨਹੀਂ ਕਰ ਪਾਇਆ, ਤਾਂ ਉਹਦੀ ਸਹੀ ਇਵੈਲੂਏਸ਼ਨ ਹੋ ਨਹੀਂ ਸੀ ਪਾਉਂਦੀ ਬਾਹਰਲੇ ਬੰਦੇ ਤੋਂ, ਕਿਉਂਕਿ ਉਹਨੂੰ ਕੀ ਪਤਾ ਵੀ ਇਹ ਸਾਲ ਕਿਵੇਂ ਪੜ੍ਹਿਆ ਸੀ, ਹੈ ਨਾ। ਤਾਂ ਗੌਰਮੈਂਟ ਨੇ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਨਵਾਂ ਸਿਸਟਮ ਲਿਆਂਦਾ, ਜਿਸ ਨੂੰ ਅਸੀਂ ਸਕੂਲ ਬੇਸਡ ਐਵੈਲੂਏਸ਼ਨ ਸਿਸਟਮ ਕਹਿੰਦੇ ਹਾਂ। ਇਸ ਸਿਸਟਮ ਦੇ ਵਿੱਚ ਕੀ ਆ ਕਿ ਬੱਚੇ ਦੀ ਐਵੈਲੂਏਸ਼ਨ ਉਹਦੇ ਸਕੂਲ 'ਚ ਹੀ ਹੋਊਗੀ। ਸਕੂਲ ਬੇਸਡ ਬੱਚੇ ਦਾ ਮੁਲਾਂਕਣ ਆ ਜਿਹੜਾ, ਉਹ ਸਕੂਲ ਦੇ ਵਿੱਚ ਹੀ ਹੋਊਗਾ, ਉਹ ਬਾਹਰ ਨਹੀਂ ਹੋਊਗਾ। ਕੋਈ ਬਾਹਰੀ ਬੰਦਾ ਨਹੀਂ ਉਹਦਾ ਪੇਪਰ ਚੈੱਕ ਕਰੂਗਾ, ਉਹਦਾ ਆਪਦਾ ਟੀਚਰ ਹੀ ਚੈੱਕ ਕਰੂਗਾ। ਸਕੂਲ ਬੇਸਡ ਐਵੈਲੂਏਸ਼ਨ ਸਿਸਟਮ, ਉਹਦਾ ਆਪਦਾ ਟੀਚਰ ਚੈੱਕ ਕਰੂਗਾ, ਆਪ ਹੀ ਉਹ ਪੇਪਰ ਨੂੰ ਦੇਖੂਗਾ, ਕਰੂਗਾ ਉਸ ਪੇਪਰ ਨੂੰ,
ठीक है जी। आप ही प्रैक्टिकली ਜਿਹੜੇ ਉਹਦੇ ਟੀਚਰ ਸਪੋਰਟਸ ਮੰਨ ਲਓ ਵੀ ਉਹਦਾ ਕੋਚ ਆ ਜਾਂ ਫਿਜ਼ੀਕਲ ਟੀਚਰ ਆ, ਉਹੀ ਉਹਦਾ ਫਾਈਨਲ ਪ੍ਰੈਕਟੀਕਲ ਲਊਗਾ। ਬੱਚੇ ਦੀ ਇਵੈਲੂਏਸ਼ਨ ਉਹਦੇ ਸਕੂਲ ਦੇ ਵਿੱਚ ਹੀ ਕੀਤੀ ਜਾਊਗੀ ਤਾਂ ਕਿ ਉਹਦੇ ਹਰ ਪੱਖ ਤੋਂ ਧਿਆਨ ਰੱਖਿਆ ਜਾ ਸਕੇ ਕਿ ਬੱਚਾ ਕਿਹੋ ਜਿਹਾ ਸੀ, ਗਲਤ ਇਵੈਲੂਏਸ਼ਨ ਨਾ ਹੋ ਸਕੇ। ਤਾਂ ਇਸ ਤਰੀਕੇ ਦੇ ਨਾਲ ਸਕੂਲ ਬੇਸਡ ਇਵੈਲੂਏਸ਼ਨ ਨਵਾਂ ਸਿਸਟਮ ਆ, ਇਹਨੂੰ ਤੁਸੀਂ ਲਾਗੂ ਕਰਨਾਗਾ ਪੈਡਾਗੋਜੀ ਦੇ ਵਿੱਚ। ਤੇ ਇਹਨੂੰ ਤੁਸੀਂ ਸਮਝ ਗਏ ਹੋ ਕਿ ਜੋ ਬੱਚੇ ਦੀ ਇਵੈਲੂਏਸ਼ਨ ਸਕੂਲ ਦੇ ਵਿੱਚ ਹੀ ਹੋਵੇ, ਬਾਹਰੀ ਬੰਦਿਆਂ ਦੇ ਹੱਥ 'ਚ ਨਹੀਂ ਹੋਵੇ, ਉਹਦੇ ਆਪਦੇ ਟੀਚਰਸ ਹੀ ਉਹਦੀ ਇਵੈਲੂਏਸ਼ਨ ਕਰਨ, ਤਾਂ ਉਸੇ ਨੂੰ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਸਕੂਲ ਬੇਸਡ ਇਵੈਲੂਏਸ਼ਨ ਸਿਸਟਮ ਕਹਿੰਦੇ ਹਾਂ। ਠੀਕ ਹੈ ਜੀ, ਗੱਲ ਕਲੀਅਰ। ਅੱਗੇ ਚੱਲਦੇ ਹਾਂ ਜੀ। ਅੱਗੇ ਜਿਹੜੀ ਆਪਾਂ ਅਪਰੋਚ ਕਰ ਰਹੇ ਸੀ ਉਹਦੇ ਬਾਰੇ ਥੋੜਾ ਅੱਛੇ ਤਰੀਕੇ ਨਾਲ ਪੜ੍ਹਦੇ ਹਾਂ। ਹਾਂਜੀ, ਪੇਪਰ ਵੀ ਹੋ ਰਹੇ ਆ, ਉਹਨਾਂ ਦੇ ਪੇਪਰ ਵੀ ਟੀਚਰ ਉਹਨਾਂ ਦੇ ਆਪਦੇ ਹੀ ਚੈੱਕ ਕਰਨ, ਉਹਨਾਂ ਦੇ ਟੀਚਰ ਹੀ ਉਹਨਾਂ ਨੂੰ ਇਵੈਲੂਏਟ ਕਰਨ, ਬਾਹਰੀ ਕੋਈ ਬੰਦਾ ਇਹਦਾ ਦਖਲ ਨਾ ਹੋਵੇ। ਅੱਗੇ ਆਪਾਂ ਹੁਣੇ ਪੜ੍ਹਿਆ ਸੀ ਜੀ ਡਾਇਗਨੋਸਟਿਕ ਅਪਰੋਚ। ਤੇ ਰੈਮੀਡੀਅਲ ਟੀਚਿੰਗ। ਇੱਥੋਂ ਤੁਹਾਨੂੰ ਕੁਐਸਚਨ ਆਉਣਾ ਹੀ ਆਉਣਾ ਇੱਕ, ਡਾਇਗਨੋਸਟਿਕ ਅਪਰੋਚ ਤੇ ਰੈਮੀਡੀਅਲ ਟੀਚਿੰਗ। ਇੱਥੋਂ ਇੱਕ ਕੁਐਸਚਨ ਆਵੇਗਾ ਹੀ ਆਵੇਗਾ। ਡਾਇਗਨੋਸਟਿਕ ਅਪਰੋਚ ਕੀ ਆ? ਜਿਵੇਂ ਆਪਾਂ ਹੁਣੇ ਡਾਇਗਨੋਸਟਿਕ, ਜਿਵੇਂ ਆਪਾਂ ਡਾਕਟਰ ਨਹੀਂ, ਉਹ ਕਿਸੇ ਨੂੰ ਬੁਖਾਰ ਹੋ ਜਾਂਦਾ ਤੇ ਉਹ ਡਾਕਟਰ ਕੋਲੇ ਜਾਂਦਾ, ਡਾਕਟਰ ਉਹਨੂੰ ਚੈੱਕ ਕਰਕੇ ਕਹਿੰਦਾ ਕਿ ਭਾਈ ਤੈਨੂੰ ਠੰਡ ਲੱਗ ਗਈ। ਇਟ ਮੀਨਸ ਡਾਕਟਰ ਨੇ ਜੋ ਉਹਦੀ ਬਿਮਾਰੀ ਦਾ ਕਾਰਨ ਆ ਉਹ ਕਾਰਨ ਲੱਭ ਲਿਆ। ਡਾਇਗਨੋਸਟਿਕ ਅਪਰੋਚ ਹੁੰਦੀ ਆ ਜਦੋਂ ਟੀਚਰ ਜੋ ਬੱਚੇ ਨੂੰ ਸਿੱਖ ਨਹੀਂ ਪਾਇਆ ਉਹਦਾ ਕਾਰਨ ਲੱਭ ਲੈਂਦਾ। ਜਿਵੇਂ ਆਪਾਂ ਐਗਜ਼ਾਮਪਲ ਲੈ ਰਹੇ ਸੀ ਕਿ ਮੰਨ ਲਓ ਬੱਚੇ ਦੇ 7 ਨੰਬਰ ਆ ਰਹੇ ਆ 10 ਵਾਲੇ ਟੈਸਟ 'ਚੋਂ, ਤਾਂ ਇਟ ਮੀਨਸ 3 ਨਹੀਂ ਆਏ, 3 ਨਹੀਂ ਆਏ, ਉਹਨੇ 70% ਨੰਬਰ ਲੈਤੇ ਆ, 30% ਉਹਨੂੰ ਨਹੀਂ ਆਉਂਦਾ ਅਜੇ ਵੀ। ਤਾਂ ਟੀਚਰ ਕਾਰਨ ਲੱਭਦਾ ਇਸ 30% ਦਾ ਕਿ ਇਹ 30% ਬੱਚੇ ਨੂੰ ਕਿਉਂ ਨਹੀਂ ਆਉਂਦਾ, ਕੀ ਰੀਜ਼ਨ ਆ ਕਿ ਇਹ 30% ਬੱਚਾ ਸਿੱਖ ਕਿਉਂ ਨਹੀਂ ਪਾਇਆ, ਕਿਉਂ ਨਹੀਂ ਆਉਂਦਾ ਬੱਚੇ ਨੂੰ ਇਹ 30%। ਇਹਦੇ ਪਿੱਛੇ ਕੀ ਕਾਰਨ ਆ? ਕੋਈ ਟੀਚਰ ਦੇ ਪੜ੍ਹਾਉਣ 'ਚ ਗੜਬੜ ਹੋ ਗਈ, ਕੋਈ ਬੱਚੇ ਦੇ ਪੜ੍ਹਨ 'ਚ ਗੜਬੜ ਹੋ ਗਈ, ਕੋਈ ਤਰੀਕੇ 'ਚ ਗੜਬੜ ਹੋ ਗਈ, ਵਗੈਰਾ ਵਗੈਰਾ। ਇਹਨੂੰ ਬੋਲਦੇ ਹਾਂ ਅਸੀਂ ਡਾਇਗਨੋਸਟਿਕ ਅਪਰੋਚ। ਜੋ ਬੱਚਾ ਨਹੀਂ ਸਿੱਖ ਪਾਇਆ ਉਹਦੇ ਕਾਰਨ ਨੂੰ ਲੱਭਣਾ, ਤੇ ਫਿਰ ਉਹਦੇ ਕਾਰਨ ਨੂੰ ਲੱਭ ਕੇ ਉਸ ਕਾਰਨ ਨੂੰ ਦੂਰ ਕਰਨ ਲਈ ਟੀਚਰ ਜੋ ਪੜ੍ਹਾਉਂਦਾ ਉਹਨੂੰ ਰੈਮੀਡੀਅਲ ਟੀਚਿੰਗ ਬੋਲਦੇ ਹਾਂ ਜੀ ਅਸੀਂ। ਉਸ ਕਾਰਨ ਨੂੰ ਲੱਭ ਕੇ ਟੀਚਰ ਜੋ ਪੜ੍ਹਾਉਂਦਾ ਉਹਨੂੰ ਅਸੀਂ ਰੈਮੀਡੀਅਲ ਟੀਚਿੰਗ ਬੋਲਦੇ ਹਾਂ। ਮਤਲਬ ਕਿ ਉਸ ਨਾ ਸਿੱਖਣ ਵਾਲੇ ਕਾਰਨ ਨੂੰ ਦੂਰ ਕਰਨ ਲਈ ਟੀਚਰ ਜਿਹੜੇ ਤਰੀਕੇ ਨਾਲ ਪੜ੍ਹਾਉਂਦਾ ਉਹਨੂੰ ਅਸੀਂ ਰੈਮੀਡੀਅਲ ਟੀਚਿੰਗ ਕਹਿੰਦੇ ਹਾਂ। ਸਮਝ ਗਏ ਜੀ ਗੱਲ ਨੂੰ ਮੇਰੀ ਨੂੰ? ਉਸ ਸਿਸਟਮ ਨੂੰ ਅਸੀਂ ਰੈਮੀਡੀਅਲ ਟੀਚਿੰਗ ਕਹਿੰਦੇ ਹਾਂ।